ਪਹੁੰਚੇਗਾ। ਜੇ ਤੁਸੀਂ ਮਰਨਾ ਤਾਂ ਇੱਥੇ ਆ ਜਾਓ, ਦੂਜੇ ਤੀਜੇ ਦਿਨ ਹੀ ਬੰਦਾ ਮਾਰ ਦੇਣਗੇ। ਹਸਪਤਾਲ 'ਚ ਦਾਖਲ ਕਰਕੇ ਨਾਲੇ ਦਾ ਪੈਸੇ ਲੁੱਟਦੇ ਆ, ਨਾਲੇ ਬੰਦਿਆਂ ਨੂੰ ਮਾਰਦੇ ਆ ਜੀ। ਇਹ ਸਾਡੇ ਨਾਲ ਕੇਸ ਹੋਇਆ, ਸਾਡੇ ਬੰਦੇ ਦੀ ਲਾਸ਼ ਅੰਦਰ ਪਈ ਆ। ਇਹਨਾਂ ਨੇ ਗਲਤ ਆਪਰੇਸ਼ਨ ਕਰਕੇ ਸਾਡਾ ਬੰਦਾ ਮਾਰਤਾ। 1.5 ਲੱਖ ਰੁਪਏ ਦੇ ਗੇੜ ਅਸੀਂ ਇੱਥੇ ਦੇ ਚੁੱਕੇ ਆ। ਬੰਦਾ 3.5 ਲੱਖ ਦਾ ਬਿੱਲ ਹੋਰ ਬਣਾਇਆ ਵਾ। ਹੁਣ ਸਾਨੂੰ ਵੀਰ ਇਹ ਛੱਡ ਰਹੇ ਆ। ਬੰਦਾ ਪੱਥਰੀ ਦਾ ਆਪਰੇਸ਼ਨ ਕਰਾਉਣਾ ਸੀਗਾ। ਪੱਥਰੀਆਂ ਸੀਗੀਆਂ, ਨਾਰਮਲ ਗੱਲ ਹੁੰਦੀ ਆ ਇਹ। ਠੀਕ ਆ ਜੀ, ਪੱਥਰੀਆਂ ਜੀ ਇਹ ਕੀ ਕਰਦੇ ਆ? ਇੱਥੇ ਹਸਪੀਟਲ 'ਚ ਬਾਹਰੋਂ ਡਾਕਟਰ ਬੁਲਾਉਂਦੇ ਆ, ਫੀਸ ਲੱਖ ਰੁਪਇਆ ਲੋਕਾਂ ਤੋਂ ਲੈਂਦੇ ਆ। 5-10 ਹਜ਼ਾਰ ਰੁਪਏ ਪਿੱਛੇ ਡਾਕਟਰ ਸਾਦੇ ਆ। ਇੱਥੇ ਕੋਈ ਕਿਸੇ ਦੀ ਜਾਨ ਨਾਲ ਕੁਝ ਹੋ ਜਾਏ, ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ। ਠੀਕ ਹੈ ਨਾ, ਦੁੱਖ ਪੁੱਛ ਕੇ ਦੇਖੋ ਜਿਹਦਾ ਮਰਿਆ ਵਾ ਹੁੰਦਾ ਵੀ ਉਹਦੇ ਨਾਲ ਕਿਆ ਦੁੱਖ ਪ੍ਰਵੀਰ ਦੀ ਹੱਡਾਂ ਨਾਲ ਹਜੇ ਉਹਨਾਂ ਨੂੰ ਆ ਤਾਂ ਜਾਣ ਅਜੇ ਆਉਣ ਦੋ, ਕਦੇ ਉੱਧਰ ਨੂੰ ਭੇਜਦੇ, ਕਦੇ ਉੱਧਰ ਨੂੰ 8:30 ਵਜੇ ਨਿਕਲੇ ਭਾਈ ਤੁਹਾਡਾ ਕੀ ਨਾਮ ਹੈ? ਮੇਰਾ ਹਰਪ੍ਰੀਤ ਹੈ ਵੀਰੇ। ਕੀ ਮਸਲਾ ਕੀ ਹੈ? ਮਸਲਾ ਵੀਰੇ ਕੁਝ ਨਹੀਂ, ਸਾਡਾ ਉਰੇ ਬ੍ਰਦਰ ਦਾ ਦਾਖਲ ਤਾਂ ਇਹਦਾ ਮੁੰਡਾ, ਠੀਕ ਹੈ, ਪਥਰੀ ਕਢਾਉਣ ਆਇਆ ਤਾਂ ਕਿ ਪੀਤੇ ਚ ਪਥਰੀ ਸੀ, ਠੀਕ ਹੈ ਹਾਂ, ਤੇ ਉਹ ਕਢਾਉਣ ਆਇਆ ਵਾ ਤੇ ਕੋਈ ਬੜੀ ਗੱਲ ਨਹੀਂ ਹੁੰਦੀ ਆਪਰੇਸ਼ਨ ਦੀ। ਆਪ ਚੱਲ ਕੇ ਆਇਆ ਉਹ, ਠੀਕ ਹੈ। ਇਹਨਾਂ ਨੇ ਸਾਨੂੰ ਜਦ ਉਰੇ ਦਾਖਲ ਹੋਇਆ, ਠੀਕ ਹੋ ਗਿਆ, ਕਵਰਿੰਗ ਕਰ ਇਹ ਕਹਿੰਦੇ ਕਵਰਿੰਗ ਲੱਗ ਗਿਆ ਕਰਨ, ਠੀਕ ਹੈ ਜੀ। ਉਹ ਤੋਂ ਬਾਅਦ ਇਹ ਕਹਿ ਰਹੇ ਤੁਹਾਡਾ ਬਈ ਬੰਦਾ ਰਾਤ ਕਹਿੰਦੇ ਡੈਡ ਹੋ ਗਿਆ। ਕਦੋਂ ਦਾਖਲ ਕਦੋਂ ਹੋਇਆ ਸੀ? ਦਾਖਲ 25 ਤਰੀਕ ਨੂੰ ਆਪਰੇਸ਼ਨ ਦੇ ਬਾਅਦ 28 ਨੂੰ ਚਲੇ ਗਿਆ, 28 ਤਰੀਕ ਨੂੰ ਦੁਬਾਰਾ ਫਿਰ ਦਾਖਲ ਹੋਇਆ। ਇੱਕ ਦਿਨ ਘਰ ਰਿਹਾ ਜੀ, ਉਦੋਂ ਮਤਲਬ ਦਰਦ ਉੱਠ ਜਦੀ ਆ ਗਏ ਜੀ। ਫਿਰ ਤੁਹਾਨੂੰ ਕੀ ਲੱਗਦਾ ਵੀ ਹੋਇਆ ਕੀ ਹੈ? ਹੋਰ ਸਰ ਦੇਖ ਲਓ, ਸਾਨੂੰ ਪਤਾ ਕੈਮਰੇ ਕਢਾ ਕੇ ਦੇਖ ਲਓ ਜੀ। ਡਾਈਟ ਦੇ ਵਿੱਚ ਬੱਚੇ ਨੂੰ ਵੀ ਆਪਾਂ ਨਾਰਮਲ ਬੰਦੇ ਨੂੰ ਮੈਗੀ ਬੰਦ ਕਰਦੇ, ਇਹ ਮੈਗੀ ਦਿੰਦੇ ਜੀ। ਮੈਗੀ ਦੇ ਰਹੇ ਜੀ ਨਿਆਣੇ ਨੂੰ। ਸਾਡੇ ਕੋਲ ਫੋਟੋਆਂ ਪਈਆਂ ਉਹਦੀਆਂ। ਸਾਡੇ ਕੋਲ ਵੀ ਪੇਸ਼ੈਂਟ ਨੂੰ ਮੈਗੀ ਦਿੰਦੇ ਸੀ? ਮੈਗੀ ਦਿੰਦੇ ਜੀ। ਵੀਡੀਓ ਪਈ ਸਾਡੇ ਕੋਲ ਵੀਡੀਓ ਪਈ ਹੈ। ਜਿਹੜਾ ਪੇਸ਼ੈਂਟ ਜਿਹਦਾ ਪਿੱਤਾ ਰਿਮੂਵ ਹੋਇਆ ਵਾ, ਜਿਹੜਾ ਆਈਸੀਯੂ 'ਚ ਪਿਆ, ਉਹਨੂੰ ਖਾਣੇ ਦੇ ਵਿੱਚ ਮੈਗੀ ਦਿੱਤੀ ਜਾ ਰਹੀ ਹੈ। ਫਿਰ ਉਸ ਤੋਂ ਬਾਅਦ ਕਦੇ ਇਹ ਸਾਨੂੰ ਕੁਛ ਕਹਿੰਦੇ, ਕਦੇ ਗੁੰਮਰਾਹ ਕਰਦੇ। ਪੁਲਿਸ ਪ੍ਰਸ਼ਾਸਨ ਨੇ ਸਾਨੂੰ ਗੁੰਮਰਾਹ ਕਰਿਆ। ਐਸਡੀਐਮ ਸਾਹਿਬ ਕੋਲ ਅਸੀਂ ਮਾਨਯੋਗ ਕੋਲ ਗਏ, ਮਾਨਯੋਗ ਡੀਐਸਪੀ ਸਾਹਿਬ ਕੋਲ ਗਏ। ਫਿਰ ਉਹਨਾਂ ਨੇ ਸਾਨੂੰ ਐਸਐਚਓ ਕੋਲ ਭੇਜਿਆ ਜੀ। ਕਹਿੰਦੇ ਅਸੀਂ ਲੈਟਰ ਡਾਇਰੀ ਨੰਬਰ ਲਾ ਕੇ ਸਾਨੂੰ ਮਾਰਕ ਕਰਕੇ ਭੇਜਤਾ। ਐਸਐਚਓ ਸਾਹਿਬ ਕਹਿੰਦੇ 2 ਘੰਟੇ ਵੇਟ ਕਰਾ ਕੇ ਕਹਿੰਦੇ ਜੀ ਤੁਸੀਂ ਜਾਓ ਫਤਿਹਗੜ੍ਹ ਸਾਹਿਬ, ਵੀ ਬਡਾਲੀ ਵਾਲਾ ਸਿੰਘ ਥਾਣਾ ਲੱਗਦਾ, ਚੁੰਨੀ ਦਾ ਰੈਜ਼ੀਡੈਂਸੀ ਇਹਨਾਂ ਦੀ। ਜਦੋਂ ਅਸੀਂ ਉਹਨਾਂ ਕੋਲ ਗਏ, ਉਹ ਕਹਿੰਦੇ ਨਹੀਂ ਜੀ ਵਾਰਦਾਤ ਇਹ ਖੇਤਰ 'ਚ ਹੋਈ ਹੈ, ਏਸੀ ਖੇਤਰ 'ਚ ਜਾਓ। ਨਹੀਂ, ਜਦੋਂ ਤੁਸੀਂ ਐਡਮਿਟ ਕਰਾਇਆ ਉਦੋਂ ਜਿੰਦੇ ਸੀਗੇ? ਰਾਤੀ ਲਾਈਵ ਸੀ? ਚੱਲ ਕੇ ਆਏ ਜੀ। 62 ਸਾਲ ਦੀ ਉਹਨਾਂ ਦੀ ਉਮਰ ਸੀ। ਰਿਟਾਇਰ ਹੋਏ ਸੀ 3 ਸਾਲ 4 ਸਾਲ ਹਲੇ। ਉਹਨਾਂ ਨੂੰ ਨਾ ਕੋਈ ਬੀਪੀ, ਨਾ ਕੋਈ ਸ਼ੂਗਰ, ਨਾ ਕੋਈ ਪ੍ਰੋਬਲਮ ਸੀ। ਬਿਲਕੁਲ ਨਾਰਮਲ ਇਨਸਾਨ ਸੀ। 10 ਕਿੱਲਿਆਂ ਦੀ ਖੇਤੀ ਕਰਦੇ ਸੀ, ਡੰਗਰ ਰੱਖੇ ਹੋਏ ਸੀਗੇ। ਐਨ ਲੰਬਾ ਲੰਜਾ ਤੁਸੀਂ ਨੌਜਵਾਨ ਸੀਗਾ ਜੀ, ਮਤਲਬ ਕਿ ਉਮਰ 'ਚ 60-62 ਸਾਲ ਸੀ, ਪਰ ਕੋਈ ਦਿੱਕਤ ਨਹੀਂ ਸੀ, ਕੋਈ ਬਿਮਾਰੀ ਨਹੀਂ ਸੀ। ਚੰਗੇ ਭਲੇ ਉਰੇ ਆਏ, ਇੱਕ ਨਾਰਮਲ ਪੀਤੇ ਦੀ ਮਾੜੀ ਸਮਾਂ ਸੀ ਮਾੜਾ ਵੀ ਅਸੀਂ ਉਰੇ ਲਿਆਏ ਉਹਨਾਂ ਨੂੰ। ਉਰੇ ਲਿਆ ਕੇ ਜਦੋਂ ਇਹਨਾਂ ਨੇ ਪੀਤਾ, ਪਹਿਲਾਂ ਤਾਂ ਕਹਿੰਦੇ ਦੂਰਬੀਨ ਨਾਲ ਆਪਰੇਸ਼ਨ ਹੋਣਾ, ਬਾਅਦ 'ਚ ਅੰਦਰ ਲਿਆ ਕੇ ਜਦੋਂ ਆਪਰੇਸ਼ਨ ਥੀਏਟਰ 'ਚ ਲੈ ਕੇ ਫਿਰ ਕਹਿੰਦੇ ਨਹੀਂ ਦੂਰਬੀਨ ਨਾਲ ਨਹੀਂ, ਬੜਾ ਆਪਰੇਸ਼ਨ ਕਰਨਾ ਪੈਣਾ। ਫਿਰ ਉਹ ਆਪਰੇਸ਼ਨ ਕਰਕੇ ਜੀ ਸਾਨੂੰ ਇੱਕ ਦਿਨ ਰੱਖ ਕੇ ਅਗਲੇ ਦਿਨ 11 ਵਜੇ ਰਾਤ ਨੂੰ ਘਰ ਭੇਜ ਰਹੇ ਹਾਂ। ਅਸੀਂ ਘਰੇ ਚਲੇ ਗਏ, ਘਰੇ ਜਾ ਕੇ ਇੱਕ ਦਿਨ ਰਹੇ ਹਾਂ। ਅਗਲੇ ਦਿਨ ਉਹਨਾਂ ਦੇ ਜੀ ਖੂਨ ਦੀਆਂ ਟੱਟੀਆਂ ਉਲਟੀਆਂ ਲੱਗ ਗਈਆਂ ਉਹਨਾਂ ਨੂੰ, ਤੇ ਵੋਮਟਿੰਗ ਬਹੁਤ ਜ਼ਿਆਦਾ ਬੁਰਾ ਹਾਲ ਹੋ ਗਿਆ। ਜਦੋਂ ਅਸੀਂ ਉਰੇ ਲੈ ਕੇ, ਪੇਟ ਉਹਨਾਂ ਦਾ ਸੁੱਜ ਗਿਆ ਐਡਾ। ਜਦੋਂ ਅਸੀਂ ਉਰੇ ਲੈ ਕੇ ਆਏ, ਇਹ ਕਹਿੰਦੇ ਜੀ ਅੰਦਰ ਪੱਸ ਫੈਲ ਗਈ, ਆਈਸੀਯੂ 'ਚ ਰੱਖਣਾ ਪੈਣਾ। ਅਸੀਂ ਕਿਹਾ ਜੀ ਰੱਖੋ। ਅਸੀਂ ਫੇਰ ਕਿਹਾ ਵੀ ਅਗਰ ਤੁਹਾਡੇ ਵੱਸ ਦੀ ਗੱਲ ਨਹੀਂ ਹੈ ਸਾਨੂੰ ਰੈਫਰ ਕਰ ਦਿਓ। ਕਹਿੰਦੇ ਨਹੀਂ ਟ੍ਰੀਟਮੈਂਟ ਓਕੇ ਹੋਊਗਾ। ਬਾਅਦ 'ਚ ਕਹਿੰਦੇ ਜੀ ਨਹੀਂ, ਇਹਨਾਂ ਦੇ ਅੰਦਰ ਆਰਗਨ ਵੀ ਇਫੈਕਟ ਹੋ ਗਏ, ਇਹਨਾਂ ਦੀ ਕਿਡਨੀ ਇਫੈਕਟ ਹੋ ਗਈ, ਲੀਵਰ ਇਫੈਕਟ ਹੋ ਗਿਆ, ਤੇ ਅਸੀਂ ਹਾਰਟ ਇਫੈਕਟ ਹੋ ਗਿਆ। 50-50 ਹਜ਼ਾਰ ਦੇ ਇੱਕ ਦਿਨ 'ਚ ਟੀਕੇ ਲਾਉਂਦੇ ਰਹੇ ਜੀ ਇਹ। ਕਿੰਨੇ ਕੁ ਪੈਸੇ ਲਏ ਟੋਟਲ ਇਹਨਾਂ ਨੇ? ਸਾਤੋਂ ਲੈ ਲਿਆ ਜੀ 1,60,000 1,60,000 ਲੱਤਾ ਇਹਨਾਂ ਨੇ। ਕੀ ਹਸਪੀਟਲ ਦਾ ਕੀ ਨਾਮ ਹੈ ਤੇ ਡਾਕਟਰ ਦਾ ਨਾਮ ਕੀ ਹੈ? ਹੋਲੀ ਬਾਸਲ ਇਹਦਾ ਨਾਮ ਹੈ ਜੀ, ਤੇ ਡਾਕਟਰ ਸਚਿਨ ਹੈ ਜਿਹੜੇ ਉਹਦੇ ਮੇਨ ਹੈ। ਤੇ ਬਾਕੀ ਇਹਨਾਂ ਕੋਲ ਕੋਈ ਆਪਣਾ ਡਾਕਟਰ ਸਾਨੂੰ ਤਾਂ ਲੱਗਦਾ ਨਹੀਂ। ਬਾਹਰ ਤੋਂ ਵਿਜ਼ਟਾਂ ਕਰਾਉਣੇ 1500 2000 ਆਈਸੀਯੂ ਦਾ, 4500 2500 ਵੈਂਟੀਲੇਟਰ ਦਾ। 4 ਦਿਨ ਲਾਸਟ ਵਾਲੇ ਫਿਰ ਇਹਨਾਂ ਨੇ ਵੈਂਟੀਲੇਟਰ ਤੇ ਲਾਤਾ ਜੀ। ਵੈਂਟੀਲੇਟਰ ਤੇ ਲਾ ਕੇ ਵੀ ਅਸੀਂ ਕਹੀ ਗਏ ਵੀ ਸਾਨੂੰ ਰੈਫਰ ਕਰ ਦਿਓ ਅਗਰ ਨਹੀਂ ਬਾਅਦ ਦੀ ਗੱਲ। ਨਹੀਂ ਜੀ ਨਹੀਂ, ਤੁਹਾਡਾ ਮਰੀਜ਼ ਅਸੀਂ ਠੀਕ ਕਰਕੇ ਭੇਜੂਗੇ। ਪਹਿਲਾਂ ਇਨਫੈਕਸ਼ਨ, ਜੇ ਤੁਸੀਂ ਲੈ ਗਏ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਪਹਿਲਾਂ ਇਨਫੈਕਸ਼ਨ ਸੀ ਕਿ ਪਹਿਲਾਂ ਇਹਨਾਂ ਨੇ ਜੀ ਪੀਤੇ ਦਾ ਆਪਰੇਸ਼ਨ ਕਰਿਆ, ਫਿਰ ਕਹਿੰਦੇ ਅੰਦਰ ਪੱਸ ਫੈਲ ਗਈ, ਫਿਰ ਕਹਿੰਦੇ ਇਨਫੈਕਸ਼ਨ ਫੈਲ ਗਈ, ਫਿਰ ਕਹਿੰਦੇ ਆਰਗਨ ਖਤਮ ਹੋ ਗਏ। ਲਾਸਟ ਜੀ ਬੰਦਾ ਇਹਨਾਂ ਨੇ ਮਾਰ ਕੇ ਇਹ ਹਸਪਤਾਲ ਨੇ ਕਤਲ ਕਰਿਆ ਜੀ ਉਹਨਾਂ ਦਾ। ਹੁਣ ਅਸੀਂ ਬਾਹਰ ਖੜੇ ਸੀਗੇ ਜੀ, ਉਹ ਕਹਿੰਦੇ ਵੀ ਕਿਆ ਮਸਲਾ ਜੀ। ਅਸੀਂ ਉਹਨਾਂ ਨੂੰ ਦੱਸਿਆ ਵੀ ਆਹ ਮਸਲਾ। ਉਹ ਕਹਿੰਦੇ ਵੀ ਇੱਥੇ 4 ਦਿਨ ਪਹਿਲਾਂ ਸਾਡਾ ਇੱਥੇ ਮਰੀਜ਼ ਦਾਖਲ ਤਾ, ਉਹਦੇ ਲਾਗ ਕੋਈ ਹੋਰ ਬਜ਼ੁਰਗ ਮਰੀਜ਼ ਆ ਗਿਆ। ਉਹਨੂੰ ਕਹਿੰਦੇ ਵੀ ਇਹਨੂੰ ਵੈਂਟੀਲੇਟਰ 'ਤੇ ਲਾਓ। ਕਹਿੰਦੇ ਵੀ ਮੈਂ ਉਸ ਮਰੀਜ਼ ਦਾ ਜਿਹੜਾ ਲਾਗ ਬਜ਼ੁਰਗ ਆਇਆ ਸੀਗਾ, ਕਹਿੰਦਾ ਉਹਦਾ ਗੁੱਠਾ ਜਦੋਂ ਜ਼ੋਰ ਨਾਲ ਦੱਬਿਆ, ਕਹਿੰਦਾ ਉਹਨੇ ਕੋਈ ਹਰਕਤ ਨਹੀਂ ਕਰੀ ਹੈ। ਕਹਿੰਦਾ ਮੈਂ ਜਾ ਕੇ ਉਹਦੇ ਬਾਹਰ ਘਰਦਿਆਂ ਨੂੰ ਦੱਸਿਆ ਵੀ ਭਾਈ ਤੁਹਾਡਾ ਬੰਦਾ ਡੈਡ ਹੈ, ਵੀ ਤੁਸੀਂ ਉਹਨੂੰ ਲੈ ਜਾਓ, ਤੁਸੀਂ ਡਾਕਟਰ ਨਾਲ ਜਾ ਕੇ ਗੱਲਬਾਤ ਕਰੋ। ਕਹਿੰਦਾ ਵੀ ਕੈੜੇ ਹੋ ਗਏ ਥੋੜ੍ਹੇ ਜਿਹੇ। ਉਹ ਜਦੋਂ ਅੰਦਰ ਜਾ ਕੇ ਗੱਲਬਾਤ ਕਰੀ, ਫਿਰ ਕਹਿੰਦੇ ਉਹਨੂੰ ਘੰਟੇ ਬਾਅਦ ਕਹਿੰਦੇ ਵੀ ਤੁਹਾਡਾ ਬੰਦਾ ਡੈਡ ਹੈ।
ਇਹ ਬੰਦੇ ਇੱਥੇ ਬਾਹਰ ਖੜੇ ਕਰ ਕਰਕੇ ਕਹਿੰਦੇ ਵੀ ਇਹਨਾਂ ਦੇ ਕੋਲ ਡਾਕਟਰ ਹੀ ਨਹੀਂ ਆ, ਕਹਿੰਦੇ ਬਾਹਰ ਤੋਂ ਡਾਕਟਰ ਮੰਗਾਉਂਦੇ ਆ। ਤੁਸੀਂ ਇੱਕ ਕੰਮ ਕਰੋ ਜੀ, ਧੱਕੇ ਨਾਲ ਬਸ ਇੱਕ ਦੁੱਧ ਦੀ ਦੁਕਾਨ ਹੈ ਜੀ ਇਹਨਾਂ ਦੀ, ਤੁਸੀਂ ਉਰੇ ਖੜੇ ਆ ਜੀ, ਤੁਸੀਂ ਹੁਣ ਪੱਤਰਕਾਰ ਉਰੇ ਖੜੇ ਆ, ਪੁਲਿਸ ਵੀ ਖੜੀ ਹੈ, ਤੁਸੀਂ ਦੂਜੀ ਮੰਜ਼ਿਲ ਤੇ ਆਈਸੀਯੂ 'ਚ ਜਾਓ। ਤੁਸੀਂ ਆਈਸੀਯੂ ਹੋਰ ਹਸਪਤਾਲਾਂ ਦੇ ਵੀ ਦੇਖੇ ਹੋਣੇ, ਉੱਥੇ ਰੇਤਾ ਪਿਆ ਜੀ, ਨਾਲ ਬਿਲਡਿੰਗ ਦਾ ਕੰਮ ਚੱਲ ਰਿਹਾ। ਤੁਸੀਂ ਹਾਲਾਤ ਦੇਖੋ ਆਈਸੀਯੂ ਦੇ, ਮੈਂ ਕਹਿੰਦਾ ਇਹਦੇ ਨਾਲੋਂ ਤਾਂ ਵਧੀਆ ਖੈੜ ਵਾਲਾ ਸਿਵਲ ਹਸਪਤਾਲ ਹੋਊਗਾ ਜੀ। ਤੁਸੀਂ ਆਈਸੀਯੂ ਦੇ ਹਾਲ ਦੇਖ ਕੇ ਹੋ ਜਾਗੇ, ਸੈਕੰਡ ਫਲੋਰ ਤੇ ਆਈਸੀਯੂ ਦੇ ਸੈਕੰਡ ਫਲੋਰ ਤੇ ਜਾ ਕੇ ਤੁਸੀਂ ਆਪ ਲਾਈਵ ਦੇਖ ਕੇ ਆਓ। ਸਾਡੇ ਕੋਲ ਨਾਲ ਤੁਸੀਂ ਜਾ ਸਕਦੇ ਹੋ ਉੱਪਰ, ਨਾਲ ਉਹਦੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ, ਸੀਮੈਂਟ ਪਿਆ, ਰੇਤਾ ਪਿਆ, ਨਾਲੇ ਪੇਸ਼ੈਂਟ ਪਏ ਆਈਸੀਯੂ 'ਚ। ਹੁਣ ਤੁਸੀਂ ਡੈੱਡ ਬੋਡੀ ਲੈ ਕੇ ਜਾ ਰਹੇ ਹੋ? ਡੈਡ ਬੋਡੀ ਪੁਲਿਸ ਪ੍ਰਸ਼ਾਸਨ ਲੈ ਕੇ ਜਾ ਰਿਹਾ ਜੀ। ਅੱਛਾ ਜੀ। ਪੁਲਿਸ ਪ੍ਰਸ਼ਾਸਨ ਇਹਨਾਂ ਨੂੰ ਮੋਚਰੀ 'ਚ ਲੈ ਕੇ ਜਾਵੇਗਾ ਜੀ। ਉਸ ਤੋਂ ਬਾਅਦ ਸਾਨੂੰ ਇਹਨਾਂ ਨੇ ਭਰੋਸਾ ਦਵਾਇਆ ਵੀ ਇਹਨਾਂ ਦਾ ਪੋਸਟਮਾਰਟਮ ਕਰਵਾਉਂਗੇ ਅਸੀਂ ਡਾਕਟਰਾਂ ਦੇ ਪੈਨਲ ਨਾਲ। ਪੋਸਟਮਾਰਟਮ ਦੀ ਜੋ ਰਿਪੋਰਟ ਆਊਗੀ ਉਹਦੇ ਆਧਾਰ ਤੇ ਫਿਰ ਅੱਗੇ ਕਾਰਵਾਈ ਹੋਊਗੀ। ਇਹ ਹੁਣ ਜੋ ਵੀ ਕਰ ਰਿਹਾ ਜੀ ਪੁਲਿਸ ਪ੍ਰਸ਼ਾਸਨ ਕਰ ਰਿਹਾ, ਖਰੜ ਦਾ ਪ੍ਰਸ਼ਾਸਨ ਕਰ ਰਿਹਾ। ਔਰ ਉਹਨਾਂ ਨੇ ਵੀ ਜੀ ਦੇਖੋ ਹੁਣ ਸਾਡੇ ਬੰਦੇ, ਪਹਿਲਾਂ ਅਸੀਂ ਐਸਡੀਐਮ ਸਾਹਿਬ, ਫਿਰ ਉਸ ਤੋਂ ਬਾਅਦ ਡੀਐਸਪੀ ਸਾਹਿਬ, ਫਿਰ ਖਰੜ ਐਸਐਚਓ, ਫਿਰ ਫਤਿਹਗੜ੍ਹ ਬਡਾਲੀ ਵਾਲਾ ਸੀ ਐਸਐਚਓ, ਫਿਰ ਖਰੜ ਐਸਐਚਓ, ਫਿਰ ਬਡਾਲੀ ਐਸਐਚਓ, ਹੁਣ ਬਡਾਲੀ ਤੋਂ ਫਿਰ ਵਾਪਸ ਆ ਰਹੇ ਜੀ ਬੰਦੇ। ਉਹ ਰਸਤੇ ਚੋਂ ਮੁੜ ਗਏ। ਸਰ ਹੁਣ ਕੀ ਕਾਰਵਾਈ ਹੋ ਰਹੀ ਹੈ ਜੀ? ਕਾਰਵਾਈ ਕਰ ਰਹੇ ਨੇ, ਬਿਆਨ ਲੈ ਕੇ ਜੋ ਬਣਦੀ ਕਾਨੂੰਨੀ ਕਾਰਵਾਈ ਤੇ ਪੋਸਟਮਾਰਟਮ ਕਰਾ ਰਹੇ ਜੀ? ਕਰਾਵਾਂਗੇ ਜੀ, ਕਰਾ ਕਦੋਂ? ਕੱਲ ਹੋਏਗਾ ਜੀ? ਤਾਂ ਹੁਣ ਬੋਡੀ ਪਹਿਲਾਂ ਸ਼ਿਫਟ ਕਰਾਣੇ ਜੀ ਸਿਵਲ ਹਸਪਤਾਲ ਖਰੜ ਵਿੱਚ, ਉਹਦੇ ਬਾਅਦ ਚ ਕੱਲ ਨੂੰ ਡਾਕਟਰਾਂ ਦਾ ਰਿਪੋਰਟ ਬਣਾ ਕੇ ਇਹ ਜਿਹੜਾ पर्चा दर्ज थे कर रहे हो खरड़ सिटी? हाँ सिटी। सर आपका डेजिग्नेशन और इस हॉस्पिटल का नाम बताइए प्लीज। सर होली वेसल हॉस्पिटल, मैं डॉक्टर सचिन वर्मा होली वेसल का डायरेक्टर हूँ। सर बाहर एक वहाँ पे लोग बैठे हैं, बोल रहे हैं भी पेशेंट के अंदर डेथ होगी, क्या सीन हुआ सर? सर पेशेंट हमारे पास गॉल ब्लैडर की सर्जरी के लिए आया था, तो एक अल्ट्रासाउंड बाहर से ही कराया था, तो उसमें गॉल ब्लैडर सर्जरी थी। वो सर्जरी ठीक हो गई सर, पेशेंट की सर्जरी हुई, लेप्रोस्कोपिक सर्जन ने किया, तो वो गॉल ब्लैडर सारा चिपका हुआ था, तो उन्होंने उसको ओपन करके गॉल ब्लैडर को रिमूव कर दिया। तो वो सारा चिपका हुआ था, उसके अंदर पस भरी थी, तो वो सारा मामला सेटल हो गया। 24 तारीख को पेशेंट की एडमिशन हुई, पेशेंट ठीक था। 26 तारीख को पेशेंट को हमने डिस्चार्ज कर दिया और एंटीबायोटिक्स पे घर भेज दिया, क्योंकि पेशेंट ने कोई भी कंप्लेन नहीं की थी। उसके 2 दिनों बाद पेशेंट फिर से इमरजेंसी में आया, जब पेशेंट का एक तो पेट फुला हुआ था, दूसरा पेशेंट की दिल की धड़कन बहुत ज़्यादा बढ़ी हुई थी। हमने सीटी स्कैन कराया, तो उस सीटी स्कैन में पेशेंट की जो आंतों की मूवमेंट थी वो थोड़ी सी कम थी और उसके पेट में पानी भरा हुआ था और पेशेंट की दिल की धड़कन 180 के करीब चल रही थी। तो अपने पेशेंट को सर आईसीयू में शिफ्ट किया। जो धड़कन बढ़ रही थी उसको कंट्रोल किया इंजेक्शंस के द्वारा। पेट में जो मल्टीपल जगह पे, क्योंकि वो आंतें भी चिपकी हुई थी पेट में, जगह जगह पे वो गुब्बारों की तरह बन गए थे, रीजन्स बोलते हैं उसको, तो वहाँ पे ड्रेन डाली गई इसके लिए। और क्योंकि इन्फेक्शन था तो हमने इन्फेक्शन के लिए एंटीबायोटिक चलाई, पेशेंट के अटेंडेंस को रेगुलरली भी बताया, धड़कन के लिए भी ट्रीटमेंट चलाया गया और उसी दौरान लगभग जो ट्रीटमेंट चला है उसमें भी पेशेंट की डेथ हुई। कब डेथ कब हुई? डेथ कल रात को हुई। मतलब यानी कि 10 तारीख को डेथ हुई, 28 तारीख को आपके पास पेशेंट आया। जी, इतने दिन मतलब इन्फेक्शन के कारण ही रुका रहा है यहाँ पेशेंट? इन्फेक्शन के कारण ही रुका रहा सर। पहले पेशेंट के पेट में पानी था, तो पहले एक बार जब हमने ड्रेन डाली तो पेशेंट रिकवर हो गया था, पेशेंट बिल्कुल ठीक था। धड़कन, क्योंकि जब धड़कन कंट्रोल हो रही थी तो पेशेंट बेटर हो रहा था, तो पहले हमने धड़कन कंट्रोल की पहली बारी में और एक ड्रेन डालकर पेशेंट बिल्कुल रिकवर हो गया। उसके बाद पेशेंट फिर से सिक हुआ, तो फिर हमें एक दूसरी जगह पे कलेक्शन थी, तो वहाँ पे भी ड्रेन डालनी पड़ी। मतलब पेशेंट आपके पास आया था गॉल ब्लैडर सर्जरी के लिए, लेकिन पेशेंट पहली बार गॉल ब्लैडर सर्जरी के लिए आया सर, गॉल ब्लैडर सर्जरी हो गई और पेशेंट डिस्चार्ज हो गया। सेकेंड टाइम तो पेशेंट आंतें जो पेशेंट की रुकी हुई थी उसके लिए आया है और जो धड़कन बढ़ी हुई थी उसके लिए आया है और पेट में जो इन्फेक्शन था। मतलब कॉज ऑफ डेथ इन्फेक्शन मान सकते हैं? कॉज ऑफ डेथ इन्फेक्शन। गॉल ब्लैडर की सर्जरी का कोई भी दिल की धड़कन को बढ़ने से और इस चीज़ से कोई भी रिलेशन नहीं। बाहर परिवार बता रहा है, कहते हैं भी पेशेंट को मैगी भी खिलाई जा रही थी। सर पेशेंट की जो भी हॉस्पिटल में राइड होती है, सीनियर डाइटिशियन उसको सुपरवाइज करती है, डाइटिशियन पूजा बीज है जो पिछले 20 सालों से डाइट दे रही है। पेशेंट को जो फ़ोटो वो दिखा रहे हैं वो एक हेल्दी टाइम की फ़ोटो है और वो सेमिया है नमकीन, तो नमकीन सेमिया सूजी से बनती है, तो वो सूजी बेस्ड डाइट तो पेशेंट को दी ही जाती है, तो वो उसकी है। वो कोई ऐसा वेंटिलेटर वाले पेशेंट को मैगी थोड़ी ना खिलाना, वो तो एक अलग है। वो तो तब पेशेंट ठीक था और तब उसको सूजी दे रहे थे, वो तब की फ़ोटो है। अभी पेशेंट को आपकी तरफ से वो कर दिया कि डेड बॉडी दे दी गई है पेशेंट की? सर हम पेशेंट की फैमिली का बहुत ज़्यादा बिल पेंडिंग था, लेकिन हमने कल भी
क्योंकि पेशेंट की फैमिली ने पहले ही हमें कम्युनिकेट किया था कि फाइनेंशियल कंडीशन इतनी सही नहीं है। तो भी हमने बोला था कि कोई इशू नहीं है, क्योंकि हम हमेशा यही बिलीव करते हैं कि पैसे की वजह से इलाज ही रुकना चाहिए। तो हमने ट्रीटमेंट कंटिन्यू किया। रिपीटेड टाइम हमने उनको बताया था कि कॉस्टली इंजेक्शन लग रहे हैं, उन्होंने बोला कि हम पे करेंगे। फिर हमने भी मतलब इवन तो रिमाइंडर दिए, पर ऐसा कुछ अड़े नहीं। कल पेशेंट की डेथ हो गई तो हमने कहा कि ठीक है, अगर पैसे नहीं दिए तो हम बॉडी ले जाए। कल शाम को उनके फैमिली मेम्बर्स आए, कल उन्होंने बोला कि हम बॉडी सवेरे ले जाएंगे। सवेरे से हमने उनको रेगुलर फ़ोन्स किए हैं, तो फिर वो बॉडी लेने हमारी तरफ से नहीं आया। फिर हमें पता चला कि उन्होंने पुलिस कंप्लेन की है। कितना बिल पेंडिंग है 3,85,000। अभी आप वेव कर रहे हो? हमने वेव किया सर, हमने कल ही वेव कर दिया था। मतलब ये केस से बाद वेव नहीं किया था, वेव तो हमने कल ही कर दिया था, क्योंकि हमें पता ही था फैमिली नहीं पे करेगी। वेव तो हम कल ही करके हम बोल चुके थे बॉडी ले जा सकते हैं, हमारी तरफ से कोई ऑब्जेक्शन ही नहीं था। इन्होंने बोला हम सवेरे ले जाएंगे, हम सवेरे का वेट करते रहे। वो फिर अभी इन्होंने पोस्टमार्टम की डिमांड रखी और हम उसमें भी साथ हैं, वो पोस्टमार्टम कराना चाहे वो पोस्टमार्टम कराना। अभी आपने डेड बॉडी दे दी? अभी सर पुलिस को हैंड ओवर की है, क्योंकि फैमिली को हैंड ओवर तो नहीं कर सकते थे। हमने पुलिस को हैंड ओवर किया, पुलिस पोस्टमार्टम कराए, दूध का दूध और पानी का पानी। थैंक यू।